ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ। ਇਹ ਤਨ ਤੇ ਸਗਲ ਦੂਰ ਕੀਨ, ਬੰਧਨ ਤੋਰ ਸ਼ੋਰ ਵਿਖਿਆ ਤੇ। ਗੁਰ ਕੋ ਸ਼ਬਦ ਮੇਰਾ ਹਿਅਰੈ ਦੀਨ, ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਹੀ ਜੋ ਪਿਛਲੇ ਸਮੇਂ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਮੁਤਾਬਕ ਜੋ ਅੱਜ ਦਾ ਪਾਵਨ ਸਲੋਕ ਹੈ, ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ 54ਵਾਂ ਸ਼ਲੋਕ ਨੰਬਰ 54। ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਨੇ, ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਹ ਆਪ ਸਰਬੱਤ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪਿਆਰ ਸਤਿਕਾਰ ਨਾਲ। ਸਾਰੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕਹਿੰਦੇ ਬਲ ਹੋਵਾ। ਬਲ ਦਾ ਮਤਲਬ ਸਾਧ ਸੰਗਤ ਤਾਕਤ। ਜਿਹੜੀ ਤਾਕਤ ਸਰੀਰ ਦੇ ਵਿੱਚੋਂ ਚਲੀ ਗਈ ਸੀ ਉਹ ਵਾਪਸ ਆ ਗਈ ਹੈ। ਬੰਧਨ ਛੁੱਟੇ, ਸਾਰੇ ਹੀ ਬੰਧਨ ਟੁੱਟ ਗਏ ਨੇ, ਬੰਧਨਾਂ ਤੋਂ ਆਜ਼ਾਦ ਹੋ ਗਿਆ। ਤੇ ਇਹ ਸਭ ਕੁਝ ਹੋਇਆ ਕਿਵੇਂ ਹੈ? ਸਾਹਿਬ ਜੀ ਕਹਿੰਦੇ, ਹੇ ਮਾਲਕ, ਨਾਨਕ ਸਭ ਕਿਛ ਤੁਮਰੈ ਹਾਥ ਮੈਂ। ਸਭ ਕੁਝ ਮਾਲਕ ਜੀ ਤੇਰੇ ਹੱਥ ਦੇ ਵਿੱਚ ਹੈ। ਤੁਮ ਹੀ ਹੋਤ ਸਹਾਏ, ਤੁਸੀਂ ਹੀ ਰਹਿਮਤ ਕੀਤੀ ਹੈ, ਤੁਸੀਂ ਹੀ ਕਿਰਪਾ ਕਰਦੇ ਹੋ, ਆਪ ਹੀ ਬੰਧਨਾਂ ਵਿੱਚ ਫਸਿਆਂ ਹੋਇਆਂ ਨੂੰ ਆਜ਼ਾਦ ਕਰਾਉਣ ਵਾਲੇ ਹੋ। ਤੇ ਜੇ ਮੈਂ ਭੁੱਲਦਾ ਨਾ ਹੋਵਾਂ, ਜਿਹੜਾ ਪਿਛਲਾ ਸਲੋਕ ਸੀ
ਉਸ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਕਿਹਾ ਸੀ ਕਿ ਬੰਧਨ ਪੈ ਗਏ ਨੇ। ਹੁਣ ਇੱਥੇ ਕਹਿੰਦੇ ਨੇ ਕਿ ਬੰਧਨ ਟੁੱਟ ਗਏ, ਹੁਣ ਆਜ਼ਾਦ ਹੋ ਗਿਆ। ਕਿਹੜੇ ਬੰਧਨ ਪਏ ਸੀ ਸਾਧ ਸੰਗਤ, ਉਹ ਸਾਨੂੰ ਥੋੜਾ ਵਿਚਾਰਨਾ ਪਏਗਾ ਕਿ ਕੈਸੇ ਬੰਧਨ ਸਨ ਜਿਨ੍ਹਾਂ ਦੇ ਵਿੱਚ ਇਨਸਾਨ ਫਸ ਚੁੱਕਾ ਸੀ। ਤੇ ਉਹਨਾਂ ਬੰਧਨਾਂ ਦੇ ਕਰਕੇ ਜਿਹੜਾ ਬਲ ਸੀ, ਜੇ ਆਪ ਸੰਗਤ ਨੂੰ ਯਾਦ ਹੋਵੇ, ਦੋ ਤਰ੍ਹਾਂ ਦੇ ਬਲ ਦੀ ਗੱਲ ਕੀਤੀ ਸੀ ਕਿ ਇੱਕ ਸਰੀਰਕ ਬਲ ਹੈ ਜਿਹੜਾ ਸਮੇਂ ਦੇ ਨਾਲ ਘਟੇਗਾ। ਜਿਵੇਂ ਜਿਵੇਂ ਉਮਰ ਵਧੇਗੀ, ਬੁਢੇਪੇ ਵੱਲ ਜਾਵਾਂਗੇ, ਸਰੀਰ ਵਿੱਚੋਂ ਬਲ ਘਟੇਗਾ। ਕੋਈ ਸਰੀਰ ਨੂੰ ਰੋਗ ਲੱਗ ਗਿਆ ਹੈ, ਸਰੀਰ ਵਿੱਚੋਂ ਬਲ ਘਟੇਗਾ। ਇੱਕ ਆਤਮਿਕ ਬਲ ਹੈ ਜਿਹੜਾ ਘਟਦਾ ਨਹੀਂ ਹੈ, ਉਸ ਇਨਸਾਨ ਦਾ ਨਹੀਂ ਘਟਦਾ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਟੁੱਟੇ ਹੋਏ ਦਾ ਜ਼ਰੂਰ ਘਟੇਗਾ। ਬਸ ਉਹ ਜਿਹੜਾ ਟੁੱਟਾ ਹੋਇਆ ਇਨਸਾਨ ਸੀ ਨਾ, ਜਿਹੜਾ ਪ੍ਰਮਾਤਮਾ ਦੇ ਨਾਲੋਂ ਟੁੱਟ ਚੁੱਕਾ ਸੀ, ਜਿਹੜਾ ਡਿਟੈਚ ਹੋ ਗਿਆ ਸੀ ਰੱਬ ਦੇ ਨਾਲੋਂ, ਉਹਦੇ ਅੰਦਰ ਇਹ ਆਤਮਿਕ ਬਲ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਸੀ। ਇਤਨਾ ਕੁ ਘਟ ਗਿਆ, ਇਤਨਾ ਕੁ ਉਹ ਬੰਧਨਾਂ ਦੇ ਵਿੱਚ ਫਸ ਗਿਆ ਕਿ ਉਹ ਹੁਣ ਆਤਮਿਕ ਤੌਰ ਤੇ ਬਿਲਕੁਲ ਕਮਜ਼ੋਰ ਹੋ ਗਿਆ। ਰਤਾ ਜਿੰਨੀ ਵੀ, ਥੋੜੀ ਜਿੰਨੀ ਵੀ ਤਾਕਤ ਨਹੀਂ ਰਹਿ ਗਈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਸ ਕਮਜ਼ੋਰ ਹੋਏ ਇਨਸਾਨ ਨੇ ਸਹਾਰਾ ਲਿਆ, ਅਰਜ਼ੋਈ ਕੀਤੀ ਮਾਲਕ ਦੇ ਚਰਨਾਂ ਦੇ ਵਿੱਚ। ਤੇ ਜਦੋਂ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ, ਉਹ ਸੁਣਦਾ ਜ਼ਰੂਰ ਹੈ, ਸੁਣਦਾ ਜ਼ਰੂਰ ਹੈ। ਹੋ ਸਕਦਾ ਹੈ ਕਿ ਉਹਦਾ ਰਿਪਲਾਈ ਥੋੜਾ ਜਿਹਾ ਸਾਨੂੰ ਲੱਗੇਗਾ ਕਿ ਥੋੜਾ ਲੇਟ ਹੋ ਗਿਆ, ਪਰ ਅਸਲ 'ਚ ਉਹ ਲੇਟ ਨਹੀਂ ਜੇ ਹੁੰਦਾ। ਉਹ ਲੇਟ ਨਹੀਂ ਹੁੰਦਾ। ਉਹ ਅੰਦਰ ਦੀ ਭਾਵਨਾ ਦੇਖਦਾ ਹੈ ਕਿ ਇਹ ਜਿਹੜਾ ਬੋਲਦਾ ਪਿਆ ਹੈ, ਜਿਹੜਾ ਅਰਜ਼ੋਈ ਕਰਦਾ ਪਿਆ ਹੈ, ਇਹਦੇ ਅੰਦਰ ਦਾ ਲੈਵਲ ਕੀ ਹੈ, ਕਿ ਜੋ ਇਹ ਜ਼ੁਬਾਨ ਤੋਂ ਕਹਿ ਰਿਹਾ ਹੈ, ਜਿਸ ਜ਼ੁਬਾਨ ਦੀ ਮਿਠਾਸ ਦੇ ਨਾਲ ਇਹ ਕਹਿੰਦਾ ਪਿਆ ਹੈ, ਐਸੀ ਭਾਵਨਾ ਇਹਦੇ ਅੰਦਰ ਵੀ ਹੈ ਕਿ ਕੇਵਲ ਜ਼ੁਬਾਨ ਤੱਕ ਹੀ ਸੀਮਤ ਹੈ। ਜਦੋਂ ਉਹ ਕਨਫਰਮ ਹੋ ਜਾਂਦਾ ਹੈ ਨਾ, ਇੱਕ ਇੱਥੇ ਕਬੀਰ ਸਾਹਿਬ ਦਾ ਸ਼ਲੋਕ ਬੜਾ ਪਿਆਰਾ ਸਾਧ ਸੰਗਤ। ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ। ਕਸੌਟੀ ਜਿਹੜਾ ਵਰਡ ਹੈ ਨਾ, ਇਹਦਾ ਮਤਲਬ ਹੈ, ਇਹਦਾ ਸੰਬੰਧ ਪਰਖ ਦੇ ਨਾਲ ਹੈ। ਜਿਹੜਾ ਸੁਨਿਆਰਾ ਹੈ, ਗੋਲਡ ਸਮਿਥ ਹੈ, ਉਹ ਸੋਨੇ ਦੀ ਪਰਖ ਕਰਦਾ ਹੈ। ਤੁਸੀਂ ਸੋਨਾ ਲੈ ਕੇ ਉਹਦੇ ਕੋਲ ਜਾਓ ਤੇ ਉਹਨੂੰ ਪਰਖੇਗਾ ਕਿ ਇਹ ਫੇਕ ਹੈ ਕਿ ਓਰੀਜਨਲ ਹੈ, ਪਿਓਰ ਹੈ। ਉਹ ਪਰਖੇਗਾ। ਪਰਖ ਕਰਨ ਵਾਸਤੇ ਉਹਦੇ ਕੋਲ ਕਸਵੱਟੀ ਹੈ, ਸੇਕ ਦਿੰਦਾ ਹੈ, ਥੋੜੀ ਅੱਗ ਲਗਾ ਕੇ ਦੇਖਦਾ ਹੈ ਥੱਲੇ, ਤੇ ਉਹ ਇੱਕ ਮੈਥਡ ਹੈ ਉਹਦੇ ਕੋਲੇ ਕਿ ਸੋਨਾ ਪਤਾ ਲੱਗ ਜਾਵੇ ਇਹ ਪਿਓਰ ਹੈ ਜਾਂ ਇਹਦੇ ਵਿੱਚ ਮਿਲਾਵਟ ਹੈ, ਕਿ ਜਾਂ ਇਹ ਟੋਟਲੀ ਫੇਕ ਹੀ ਹੈ। ਉਹ ਕਸਵੱਟੀ ਤੇ ਲਗਾ ਕੇ ਦੇਖਦਾ ਹੈ। ਤੇ ਜਦੋਂ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਨਾ, ਤੇ ਉਹ ਮਾਲਕ ਵੀ ਕਸਵੱਟੀ ਲਗਾਉਂਦਾ ਹੈ। ਕਸਵੱਟੀ ਲਗਾਉਂਦਾ ਹੈ, ਉਹ ਵੀ ਪਰਖ ਕਰਦਾ ਹੈ, ਉਹ ਵੀ ਦੇਖਦਾ ਹੈ ਕਿ ਜਿਹੜਾ ਇਹ ਬੰਦਾ ਸਾਹਮਣੇ ਖੜਾ ਹੋ ਕੇ ਅਰਦਾਸ ਕਰਦਾ ਪਿਆ ਏ, ਕਿ ਇਹ ਸੱਚਮੁੱਚ ਅੰਦਰੋਂ ਭਾਵਨਾ ਦੇ ਨਾਲ ਕਰਦਾ ਪਿਆ ਕਿ ਜਾਂ ਸਿਰਫ ਇਹਦੇ ਸ਼ਬਦ ਜ਼ੁਬਾਨ ਤੱਕ ਹੀ ਸੀਮਤ ਨੇ। ਤੇ ਜਦੋਂ ਫਿਰ ਉਹ ਪਰਖ ਕਰਦਾ ਹੈ ਨਾ, ਤੇ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਝੂਠਾ ਟਿਕੈ ਨਾ ਕੋਈ। ਜਿਹੜਾ ਇਕੱਲਾ ਜ਼ੁਬਾਨ ਤੱਕ ਸੀਮਤ ਹੁੰਦਾ ਹੈ ਨਾ, ਉਹ ਉਸ ਪਰਖ ਦੇ ਵਿੱਚੋਂ ਫੇਲ ਹੋ ਜਾਂਦਾ ਜੀ, ਨਹੀਂ ਪਾਸ ਹੋ ਪਾਉਂਦਾ। ਪਰ ਜਿਹੜਾ ਸੱਚਮੁੱਚ ਅੰਦਰੋਂ ਜੁੜ ਕੇ ਭਿੱਜ ਕੇ ਜਿਹੜਾ ਅਰਦਾਸ ਕਰ ਰਿਹਾ ਹੁੰਦਾ ਹੈ ਨਾ, ਕਬੀਰ ਸਾਹਿਬ ਕਹਿੰਦੇ ਉਹਦੀ ਅਰਦਾਸ ਫਿਰ ਉੱਥੇ ਸੁਣੀ ਜਾਂਦੀ ਹੈ। ਤਾਂ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਪਰਮਾਤਮਾ ਵੱਲੋਂ ਜਵਾਬ ਮਿਲਣ ਦੇ ਵਿੱਚ ਜਾਂ ਸਾਡੀ ਅਰਦਾਸ ਸੁਣਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਜਾਂ ਲੇਟ ਹੋ ਗਿਆ। ਲੇਟ ਨਹੀਂ, ਉਹ ਮਾਲਕ ਸਾਡੀ ਭਾਵਨਾ ਨੂੰ ਦੇਖਦਾ ਪਿਆ ਹੈ। ਉਹ ਇਹ ਵੀ ਪਰਖਦਾ ਹੈ ਕਿ ਕਿਤੇ ਇਹ ਬੰਦਾ ਵਿਸ਼ਵਾਸ ਰੱਖ ਕੇ ਕਰਦਾ ਪਿਆ ਅਰਦਾਸ, ਇਹ ਡੋਲੇਗਾ ਤੇ ਨਹੀਂ ਕਿਤੇ। ਉਹ ਥੋੜਾ ਸਮਾਂ ਲਗਾਉਂਦਾ ਹੈ, ਜ਼ਰੂਰ ਲੱਗਦਾ ਹੈ ਸਮਾਂ, ਪਰ ਸਾਧ ਸੰਗਤ ਜਿਹੜਾ ਸੱਚਮੁੱਚ ਅੰਦਰੋਂ ਜੁੜ ਕੇ ਅਰਜ਼ੋਈ ਕਰਦਾ ਹੈ, ਉਹਦੀ ਅਰਦਾਸ ਉੱਥੇ ਸੁਣੀ ਜਾਂਦੀ ਹੈ। ਤੇ ਜਦੋਂ ਅਰਦਾਸ ਸੁਣੀ ਜਾਂਦੀ ਹੈ, ਫਿਰ ਮਾਲਕ ਜੀ ਕਹਿੰਦੇ ਉਹ ਮਾਲਕ ਫਿਰ ਸਹਾਰਾ ਦੇਣ ਵਾਸਤੇ ਆਉਂਦਾ ਹੈ, ਸਹਾਰਾ ਦਿੰਦਾ ਹੈ ਉਹ। ਹੁਣ ਦੇਖੋ, ਆਪਾਂ ਬਾਣੀ ਚੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਹਾਰਾ ਦਿੰਦਾ ਮਾਲਕ। ਕਬੀਰ ਸਾਹਿਬ ਦਾ ਹੀ ਇੱਕ ਬੜਾ ਪਿਆਰਾ ਬਚਨ ਹੈ। ਉਹਨਾਂ ਨੇ ਜੋ ਉਹਨਾਂ ਦੇ ਨਾਲ ਸਰੀਰਕ ਤੌਰ ਤੇ ਵਾਪਰਿਆ, ਜੋ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦੇ ਨਾਲ ਹੋਇਆ, ਉਸ ਨੂੰ ਵੀ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ। ਤੇ ਕੀ ਕਹਿੰਦੇ ਨੇ? ਕਹਿੰਦੇ ਕਬੀਰ ਸਾਹਿਬ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਕੇ ਨਾ, ਤੇ
ਨਦੀ ਵਿੱਚ ਸੁੱਟ ਦਿੱਤਾ ਗਿਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਬੰਨ ਕੇ ਤਾਂ ਉਹਨਾਂ ਨੂੰ ਪਾਣੀ ਦੇ ਵਿੱਚ ਨਦੀ 'ਚ ਸੁੱਟ ਦਿੱਤਾ ਗਿਆ ਜੀ, ਗੰਗਾ ਦੇ ਵਿੱਚ। ਤੇ ਕਬੀਰ ਸਾਹਿਬ ਨੇ ਹੁਣ ਜਦੋਂ ਹਾਥੀ ਵੱਜੇ ਪਏ ਨੇ, ਹੁਣ ਉਸ ਨਦੀ ਦੇ ਵਿੱਚੋਂ ਕੌਣ ਜਾ ਕੇ ਉਹਨਾਂ ਨੂੰ ਖੋਲੇਗਾ? ਕੋਈ ਹੈ ਖੋਲਣ ਵਾਲਾ? ਕਿਸੇ ਦੀ ਹਿੰਮਤ ਹੋ ਹੀ ਨਹੀਂ ਸਕਦੀ। ਇੱਕ ਰਾਜੇ ਦੇ ਹੁਕਮ ਦੇ ਨਾਲ, ਬਾਦਸ਼ਾਹ ਦੇ ਹੁਕਮ ਦੇ ਨਾਲ ਕਬੀਰ ਸਾਹਿਬ ਨੂੰ ਬੰਨ੍ਹ ਕੇ ਨਦੀ ਵਿੱਚ ਸੁੱਟਿਆ ਜਾ ਰਿਹਾ ਹੈ, ਤੇ ਕਿਸੇ ਦੀ ਹਿੰਮਤ ਪੈ ਸਕਦੀ ਹੈ ਕਿ ਕਬੀਰ ਸਾਹਿਬ ਨੂੰ ਨਦੀ ਦੇ ਅੰਦਰ ਜਾ ਕੇ ਤੇ ਉਹਨਾਂ ਦੀਆਂ ਜੰਜੀਰਾਂ ਖੋਲ ਦੇ? ਨਹੀਂ, ਕਿਉਂਕਿ ਡਰ ਹੈ। ਮੈਂ ਜੇਕਰ ਜਾਵਾਂਗਾ ਜੰਜੀਰਾਂ ਖੋਲਣ ਦੇ ਵਿੱਚ ਤੇ ਰਾਜੇ ਵੱਲੋਂ, ਬਾਦਸ਼ਾਹ ਵੱਲੋਂ ਮੈਨੂੰ ਵੀ ਸਜ਼ਾ ਮਿਲੇਗੀ, ਮੈਨੂੰ ਵੀ ਮੌਤ ਮਿਲ ਸਕਦੀ ਹੈ। ਤੇ ਕਬੀਰ ਸਾਹਿਬ ਨੇ ਫਿਰ ਸਹਾਰਾ ਕਿਹਦਾ ਲਿਆ? ਅਰਦਾਸ ਕਿਹਦੇ ਅੱਗੇ ਕੀਤੀ? ਉਹਨਾਂ ਦਾ ਸੰਸਾਰਿਕ ਤੌਰ ਤੇ ਸਹਾਰਾ ਥੋੜੀ ਨਾ ਸੀ ਕੋਈ। ਉਹ ਕਿਸੇ ਬੰਦੇ ਦੇ ਅੱਗੇ ਥੋੜੀ ਜਾ ਕੇ ਅਰਦਾਸ ਕਰਦੇ ਨੇ ਕਿ ਤੁਸੀਂ ਮੇਰੀਆਂ ਜੰਜੀਰਾਂ ਖੋਲੋ। ਨਹੀਂ, ਕਬੀਰ ਸਾਹਿਬ ਨੇ ਉਸ ਮਾਲਕ ਨੂੰ ਯਾਦ ਕੀਤਾ। ਤੇ ਜਦੋਂ ਮਾਲਕ ਨੂੰ ਯਾਦ ਕੀਤਾ ਨਾ, ਫਿਰ ਕੀ ਹੋਇਆ? ਕਹਿੰਦੇ ਉਹ ਜਿਹੜੀਆਂ ਵੱਜੀਆਂ ਹੋਈਆਂ ਜੰਜੀਰਾਂ ਸੀ, ਉਹ ਜੰਜੀਰਾਂ ਟੁੱਟੀਆਂ। ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਅੱਗੇ ਜਾ ਕੇ ਪੜੋ, ਕਬੀਰ ਸਾਹਿਬ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਕੀ ਲਹਿਰ, ਉਹ ਲਹਿਰਾਂ ਨਹੀਂ। ਉਹ ਲਹਿਰਾਂ ਨੇ ਕਿਵੇਂ ਤੋੜ ਦਿੱਤੀਆਂ? ਇਹ ਅੱਜ ਕੱਲ੍ਹ ਦੇ ਸੁਣਨ ਵਾਲਿਆਂ ਨੂੰ ਅਜੀਬ ਲੱਗੇਗਾ ਕਿ ਲਹਿਰਾਂ ਕਿਵੇਂ ਜੰਜੀਰਾਂ ਤੋੜ ਸਕਦੀਆਂ ਨੇ। ਜ਼ਰੂਰ ਤੋੜ ਸਕਦੀਆਂ ਨੇ। ਜੇ ਲਹਿਰ, ਲਹਿਰ ਮਤਲਬ ਵੇਵ, ਜੇ ਵੇਵ ਬੜੀ ਪੱਕੀ, ਬੜੀ ਵੱਡੀ ਬਿਲਡਿੰਗ ਨੂੰ ਇੱਕ ਪਲ ਦੇ ਵਿੱਚ ਤੋੜ ਕੇ ਜ਼ਮੀਨ ਤੇ ਸੁੱਟ ਸਕਦੀ ਹੈ, ਜੰਜੀਰਾਂ ਉਹਦੇ ਸਾਹਮਣੇ ਕੀ ਨੇ? ਮਾਲਕ ਦਾ ਹੁਕਮ ਹੋ ਜਾਏ ਤੇ। ਸੋ ਸਾਧ ਸੰਗਤ, ਜਿਹੜਾ ਭਾਵਨਾ ਦੇ ਨਾਲ ਜੁੜ ਕੇ ਅਰਦਾਸ ਬੇਨਤੀ ਕਰਦਾ ਨਾ ਮਾਲਕ ਦੇ ਅੱਗੇ, ਉਹਦੀ ਅਰਦਾਸ ਉੱਥੇ ਸੁਣੀ ਜਾਂਦੀ ਹੈ ਤੇ ਬੰਧਨ ਟੁੱਟਦੇ ਨੇ। ਕੈਸੇ ਬੰਧਨ ਸੀ? ਹੁਣ ਸਤਿਗੁਰਾਂ ਨੂੰ ਪੁੱਛੀਏ, ਪਾਤਸ਼ਾਹ ਜੀ ਕਿੰਨਾ ਬੰਧਨਾਂ ਦੀ ਗੱਲ ਕਰਦੇ ਹੋ ਤੁਸੀਂ? ਕਿੰਨਾ ਬੰਧਨਾਂ ਦੇ ਵਿੱਚ ਅਸੀਂ ਫਸੇ ਹਾਂ। ਸਰੀਰਕ ਤੌਰ ਤੇ ਅਸੀਂ ਸੋਚਾਂਗੇ ਕਿ ਜੀ ਅਸੀਂ ਤਾਂ ਬਿਲਕੁਲ ਆਜ਼ਾਦ ਤੁਰੇ ਫਿਰਦੇ ਹਾਂ, ਨਾ ਸਾਡੇ ਹੱਥ ਦੇ ਵਿੱਚ ਕੋਈ ਜੰਜੀਰ, ਨਾ ਸਾਡੇ ਪੈਰਾਂ ਦੇ ਵਿੱਚ ਕੋਈ ਜੰਜੀਰ, ਨਾ ਸਾਡੇ ਗਲੇ ਦੇ ਵਿੱਚ ਕੋਈ ਜੰਜੀਰ। ਤੇ ਸਤਿਗੁਰੂ ਜੀ ਕਿਹੜੇ ਬੰਧਨਾਂ ਦੀ ਗੱਲ ਕਰਦੇ ਪਏ ਨੇ? ਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਿਓ ਸਾਧ ਸੰਗਤ, ਆਸਾ ਕੀ ਵਾਰ, ਆਸਾ ਰਾਗ ਦੇ ਵਿੱਚੋਂ। ਉੱਥੇ ਗੁਰੂ ਨਾਨਕ ਸਾਹਿਬ ਫਿਰ ਸਮਝਾਉਂਦੇ ਨੇ ਕਿ ਕਿਹੜਾ ਕਿਹੜਾ ਬੰਧਨ ਪਿਆ ਹੋਇਆ ਇਨਸਾਨ ਨੂੰ। ਅਸਲ 'ਚ ਵੇਖਣ ਨੂੰ ਇਹ ਆਜ਼ਾਦ ਲੱਗਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਇੰਨੇ ਕੋ ਬੰਧਨ ਇਸ ਨੂੰ ਪਏ ਹੋਏ ਨੇ, ਇਹਦੇ ਕੋਲੇ ਤਾਂ ਇੱਕ ਛੋਟਾ ਜਿਹਾ ਕਦਮ ਵੀ ਅੱਗੇ ਨਹੀਂ ਵਧਾਇਆ ਜਾ ਰਿਹਾ। ਇੱਕ ਕੈਦੀ ਹੁੰਦਾ ਹੈ ਨਾ, ਕੈਦੀ, ਪ੍ਰਿਜ਼ਨਰ, ਜਿਹਦੇ ਪੈਰਾਂ ਦੇ ਵਿੱਚ ਜੰਜੀਰਾਂ, ਚੇਨਸ ਪਾਈਆਂ ਹੁੰਦੀਆਂ ਨੇ, ਹੱਥ ਵੀ ਉਹਦੇ ਬੰਨੇ ਹੁੰਦੇ ਨੇ। ਉਹ ਹਾਲਾਂਕਿ ਪੈਰ ਵੀ ਉਹਦੇ ਜੰਜੀਰਾਂ ਦੇ ਨਾਲ, ਚੇਨਸ ਦੇ ਨਾਲ ਵੱਜੇ ਪਏ ਨੇ, ਪਰ ਫਿਰ ਵੀ ਥੋੜਾ ਚੱਲਦਾ, ਹੌਲੀ ਹੌਲੀ ਚੱਲਦਾ ਜ਼ਰੂਰ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਇਨਸਾਨ ਇਤਨੇ ਕੁ ਬੰਧਨਾਂ ਦੇ ਵਿੱਚ ਫਸਿਆ ਹੋਇਆ ਹੈ, ਇੰਨੀਆਂ ਕੁ ਜੰਜੀਰਾਂ ਇਹਦੇ ਗਲ ਦੇ ਵਿੱਚ, ਪੈਰਾਂ ਦੇ ਵਿੱਚ, ਹੱਥਾਂ ਦੇ ਵਿੱਚ ਪਈਆਂ ਹੋਈਆਂ ਨੇ, ਇਹਦੇ ਕੋਲ ਇੱਕ ਕਦਮ ਨਹੀਂ ਅੱਗੇ ਵਧਾਇਆ ਜਾ ਰਿਹਾ। ਆਤਮਿਕ ਤੌਰ ਤੇ ਇੰਨਾ ਬਲ ਜਿਹੜਾ ਉਹ ਘਟ ਚੁੱਕਾ ਹੈ ਇਹਦੇ ਅੰਦਰੋਂ। ਸਰੀਰਕ ਤੌਰ ਤੇ ਬਲ ਹੈ, ਪਰ ਆਤਮਿਕ ਤੌਰ ਤੇ ਚੱਲਣ ਦੀ ਸਮਰੱਥਾ ਨਹੀਂ ਹੈ। ਆਤਮਿਕ ਤੌਰ ਤੇ ਇਹ ਇੱਕ ਕਦਮ ਵੀ ਨਹੀਂ ਅੱਗੇ ਵਧਾ ਪਾ ਰਿਹਾ। ਤੇ ਸਤਿਗੁਰਾਂ ਨੇ ਫਿਰ ਸਮਝਾਇਆ, ਕਹਿੰਦੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ। ਸਤਿਗੁਰੂ ਜੀ ਕਹਿੰਦੇ ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਇਹ ਸਾਰੇ ਬੰਧਨ ਹੀ ਤਾਂ ਹੈ। ਇਹ ਬੰਧਨ ਨਹੀਂ ਤਾਂ ਹੋਰ ਕੀ ਹੈ? ਇਹਨਾਂ ਦੇ ਮੋਹ ਦੇ ਵਿੱਚ, ਹਾਏ ਜੇ ਮੈਂ ਚਲਾ ਗਿਆ ਤਾਂ ਮੇਰੇ ਬੱਚਿਆਂ ਦਾ ਕੀ ਹੋਏਗਾ? ਆ ਬੰਧਨ ਨਹੀਂ ਤਾਂ ਹੋਰ ਕੀ ਹੈ? ਮੈਂ ਚਿੰਤਾ ਕਰਦਾ ਪਿਆ ਆਪਣੇ ਬੱਚਿਆਂ ਦੀ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਹੋਏਗਾ। ਤੇ ਸਤਿਗੁਰੂ ਜੀ ਕਹਿੰਦੇ ਜਿਸ ਨੇ ਪਾਲਿਆ ਕੀ ਉਹਨਾਂ ਨੂੰ ਭੁੱਖੇ ਮਾਰ ਦੇਗਾ? ਜਿਨ੍ਹਾਂ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ, ਕੀ ਉਹ ਪਲਦੇ ਨਹੀਂ? ਜਿਨ੍ਹਾਂ ਦਾ ਸਹਾਰਾ ਦੁਨੀਆ ਦੇ ਵਿੱਚ ਕੋਈ ਨਹੀਂ, ਕੀ ਉਹ ਭੁੱਖੇ ਮਰ ਜਾਂਦੇ ਨੇ? ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਤੂੰ ਅਸਲ ਦੇ ਵਿੱਚ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਫਸਾਉਂਦਾ ਪਿਆ। ਹਾਂ, ਇੱਦਾਂ ਕਹਿ ਕਿ ਮਾਲਕ ਕਿਰਪਾ ਕਰ, ਤੂੰ ਆਪ ਪੈਦਾ ਕੀਤੇ ਨੇ ਤੇ ਤੂੰ ਆਪ ਹੀ ਇਹਨਾਂ ਦੀ ਪਾਲਣਾ ਕਰਨੀ ਹੈ। ਇਹ ਜ਼ੁਬਾਨ ਤੋਂ ਲਫ਼ਜ਼ ਨਿਕਲਣਗੇ, ਅੰਦਰ ਚੇਂਜ ਹੋ ਜਾਏ। ਵਿਚਾਰਾਂ ਦੀ ਖੇਡ ਹੈ ਨਾ ਸਾਧ ਸੰਗਤ। ਸਾਡੇ ਥਾਟਸ, ਕਿਸ ਤਰ੍ਹਾਂ ਦਾ ਥਾਟ ਮੇਰੇ ਅੰਦਰ ਆਉਂਦਾ ਪਿਆ ਹੈ, ਕੀ ਸੋਚਦਾ ਪਿਆ ਮੈਂ। ਜੇ ਮੈਂ ਇਹ ਸੋਚਦਾ ਪਿਆ ਕਿ ਮੈਂ ਚਲਾ ਗਿਆ ਤੇ ਮੇਰੇ ਬੱਚਿਆਂ ਦਾ ਕੀ ਹੋਏਗਾ, ਇਹ ਬੰਧਨ ਬਣ ਜਾਏਗਾ। ਪਰ ਜੇ ਮੈਂ ਇੰਨੀ ਕੁ ਗੱਲ ਕਹਿ ਦੇਵਾਂ ਕਿ ਮਾਲਕ ਤੂੰ ਪੈਦਾ ਕੀਤੇ ਨੇ, ਤੂੰ ਪਾਲਣੇ ਨੇ, ਬੰਧਨ ਨਹੀਂ ਹੋਏਗਾ, ਆਜ਼ਾਦ ਰਵਾਂਗੇ।
ਸੋ ਵਿਚਾਰਾਂ ਦੀ ਖੇਡ ਹੈ, ਮੈਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਯੂਜ਼ ਕਰਦਾ ਪਿਆ। ਸਤਿਗੁਰੂ ਜੀ ਕਹਿੰਦੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹਉ ਕੀਆ। ਆ ਪੂਰਾ ਜਿਹੜਾ ਸ਼ਬਦ ਹੈ ਨਾ ਸਾਧ ਸੰਗਤ, ਅਸ਼ਟਪਦੀ ਹੈ, ਇਸ ਪੂਰੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਬੰਧਨਾਂ ਦੀ ਹੀ ਗੱਲ ਕੀਤੀ ਹੈ। ਕਿਹੜਾ ਕਿਹੜਾ ਬੰਧਨ ਗਿਣਾਏ ਨੇ ਜੀ ਕਈ। ਹੁਣ ਅਸੀਂ ਧਰਮ ਦੇ ਕਾਰਜ ਕਰਦੇ ਹਾਂ ਤੇ ਧਾਰਮਿਕ ਕਰਮ ਕਰਦਿਆਂ ਹੋਇਆਂ ਵੀ ਸਤਿਗੁਰੂ ਜੀ ਕਹਿੰਦੇ ਬੰਦਾ ਬੰਧਨਾਂ 'ਚ ਫਸ ਜਾਂਦਾ। ਕਮਾਲ ਹੈ। ਧਾਰਮਿਕ ਕਰਮਾਂ ਨੇ ਤਾਂ ਸਗੋਂ ਸਾਨੂੰ ਬੰਧਨਾਂ ਤੋਂ ਆਜ਼ਾਦ ਕਰਵਾਉਣਾ ਸੀ, ਪਰ ਉਹ ਕੈਸੀ ਗੱਲ ਹੋ ਗਈ ਕਿ ਇਹ ਧਾਰਮਿਕ ਕਰਮ ਵੀ ਸਾਡੇ ਵਾਸਤੇ ਬੰਧਨ ਹੋ ਗਏ। ਇਹ ਕਿਵੇਂ ਹੋ ਗਿਆ? ਹਾਊ ਇਟ ਬੀ ਪੋਸੀਬਲ? ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਇੱਕ ਧਾਰਮਿਕ ਕਰਮ ਜਿਹੜਾ ਹੈ ਉਹ ਸਾਡੇ ਵਾਸਤੇ ਬੰਧਨ ਬਣ ਜਾਏ? ਬਣਦਾ ਹੈ, ਉਸ ਟਾਈਮ ਤੇ ਬਣਦਾ ਹੈ ਜਦੋਂ ਇਨਸਾਨ ਧਾਰਮਿਕ ਕਰਮ ਕਰਦਾ ਹੋਇਆ ਆਪਣੀ ਮੈਂ ਨੂੰ ਅੱਗੇ ਲੈ ਕੇ ਆ ਜਾਂਦਾ ਹੈ। ਉਦੋਂ ਉਹ ਕੀਤਾ ਹੋਇਆ ਧਾਰਮਿਕ ਕਰਮ ਵੀ ਬੰਧਨ ਬਣ ਜਾਂਦਾ ਹੈ। ਜਦੋਂ ਇਨਸਾਨ ਲਾਲਚ ਵਸ ਹੋ ਕੇ ਕੋਈ ਧਾਰਮਿਕ ਕਰਮ ਕਰਦਾ ਹੈ, ਉਹ ਧਾਰਮਿਕ ਕਰਮ ਵੀ ਬੰਧਨ ਬਣ ਜਾਂਦਾ ਹੈ। ਹੁਣ ਧਾਰਮਿਕ ਕਰਮ ਦੇ ਪਿੱਛੇ ਲਾਲਚ ਕਿਵੇਂ ਆ ਗਿਆ? ਮੈਂ ਆਣ ਕੇ ਚਲੋ ਕਹਿਣਾ ਨਹੀਂ ਚਾਹੀਦਾ, ਮੈਂ ਵਰਡ ਯੂਜ਼ ਕਰ ਲੈਣ ਲੱਗਾ ਕਿਉਂਕਿ ਸਮਝ ਪੈ ਜਾਂਦੀ ਹੈ ਨਾ ਜੀ, ਸਮਝ ਦੇ ਵਿੱਚ ਗੱਲ ਪੈਣੀ ਚਾਹੀਦੀ ਹੈ। ਮੈਂ ਗੋਲਕ ਦੇ ਵਿੱਚ ਸਪੋਜ਼ ਕਰ ਲਓ ਕਿ $2 ਪਾ ਦਿੱਤੇ ਨੇ ਜੀ, ਤੇ ਉਹ ਪਾਏ ਮੈਂ ਇਸ ਕਰਕੇ ਨੇ, ਇਸ ਗੱਲ ਨੂੰ ਨੈਗੇਟਿਵ ਨਾ ਲੈ ਕੇ ਜਾਇਓ। ਮੈਂ ਇਹ ਨਹੀਂ ਕਹਿ ਰਿਹਾ ਕਿ ਪਾਉਣੇ ਨਹੀਂ ਚਾਹੀਦੇ, ਪਾਉਣੇ ਚਾਹੀਦੇ ਨੇ। ਰੀਜ਼ਨ ਇਹ ਹੈ ਕਿ ਸੰਗਤ ਦੀ ਇਸ ਮਾਇਆ ਦੇ ਨਾਲ ਹੀ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ ਰਿਹਾ ਹੈ, ਚੱਲਦਾ ਪਿਆ ਹੈ ਤੇ ਚੱਲਦਾ ਰਹੇਗਾ, ਸੰਗਤ ਦੇ ਸਹਿਯੋਗ ਦੇ ਨਾਲ। ਹੋਰ ਗੁਰੂ ਘਰਾਂ ਦਾ ਕੋਈ ਵੱਖਰਾ ਆਪਣਾ ਬਿਜ਼ਨਸ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਣਾ ਕੋਈ ਬਿਜ਼ਨਸ ਨਹੀਂ ਹੈ ਚੱਲਦਾ ਪਿਆ ਵੱਖਰਾ ਕਿ ਸਤਿਗੁਰੂ ਜੀ ਉਸ ਬਿਜ਼ਨਸ ਦੇ ਵਿੱਚੋਂ ਜੋ ਪ੍ਰੋਫਿਟ ਆ ਰਿਹਾ ਉਹਦੇ ਵਿੱਚੋਂ ਗੁਰੂ ਘਰ ਦਾ ਪ੍ਰਬੰਧ ਚਲਾਉਣਗੇ। ਅਸੀਂ ਸੰਗਤ ਦੇ ਸਹਿਯੋਗ ਨਾਲ ਚੱਲਣਾ ਹੈ। ਮੈਂ ਪਾਏ ਨੇ ਜੀ ਗੋਲਕ ਦੇ ਵਿੱਚ ਪੈਸੇ, ਤੇ ਪਾ ਕੇ ਤੇ ਮੈਂ ਆਪਣੀਆਂ ਮੰਗਾਂ ਦੀ ਜਿਹੜੀ ਲਿਸਟ ਹੈ ਗੁਰੂ ਦੇ ਅੱਗੇ ਰੱਖ ਦਿੱਤੀ। ਕਿ ਮੈਂ ਇਸ ਕਰਕੇ ਗੋਲਕ 'ਚ ਪੈਸੇ ਪਾਏ ਸੀ ਕਿ ਮੈਂ ਆਪਣੀਆਂ ਮੰਗਾਂ ਦੀ ਲਿਸਟ ਇੱਕ ਵਪਾਰੀ ਦੀ ਤਰ੍ਹਾਂ ਇਸ ਕਰਕੇ ਮੈਂ ਪਾਏ ਸੀ। ਜੇ ਇਸ ਭਾਵਨਾ ਦੇ ਨਾਲ ਪਾਏ ਸੀ, ਫਿਰ ਉਹ ਪਾਏ ਹੋਏ ਜਿਹੜੇ ਪੈਸੇ ਨੇ ਨਾ ਸਾਧ ਸੰਗਤ, ਤੇ ਮੇਰੀ ਜਿਹੜੀ ਲਿਸਟ ਹੈ ਮੰਗਾਂ ਦੀ, ਉਹ ਬੰਧਨ ਹੈ। ਮੈਂ ਸੇਵਾ ਇਸ ਕਰਕੇ ਕਰਦਾ ਪਿਆ ਕਿ ਮੈਨੂੰ ਆਹ ਜਿਹੜਾ ਫਲ ਹੈ ਨਾ, ਜਿਹੜਾ ਇਹ ਮਿਲ ਜਾਏ, ਇਹ ਵਸਤੂ ਮਿਲ ਜਾਏ। ਮੇਰੀ ਸੇਵਾ ਦੇ ਪਿੱਛੇ ਇੱਕ ਇੱਛਾ ਜੁੜ ਗਈ, ਇੱਕ ਡਿਜ਼ਾਇਰ ਜੁੜ ਗਈ ਕਿ ਮੈਨੂੰ ਇਹ ਚੀਜ਼ ਪ੍ਰਾਪਤ ਹੋ ਜਾਏ। ਮੈਂ ਪਾਠ ਕਰਾਵਾਂ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰਾਵਾਂ ਜਾਂ ਅਖੰਡ ਪਾਠ ਕਰਾਵਾਂ, ਪਰ ਮੇਰੀ ਇਹ ਇੱਛਾ ਪੂਰੀ ਹੋ ਜਾਏ। ਲਾਲਚ ਜੁੜ ਗਿਆ। ਤੇ ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਜੋ ਜੋ ਕਰਮ ਕੀਏ ਲਾਲਚ ਲੱਗ, ਜੋ ਜੋ ਕਰਮ ਕੀਏ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ। ਉਹਨਾਂ ਬੰਧਨਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਹ ਫਸਦਾ ਜਾਂਦਾ ਹੈ, ਫਸਦਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਵਚਨ ਇੱਕ ਹੋਰ ਪੜ੍ਹ ਲਈਏ, ਸੋਠ ਰਾਗ ਦੀ ਉਹ ਵੀ ਅਸ਼ਟਪਦੀ ਹੈ। ਉਹਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਆ ਧਾਰਮਿਕ ਕਰਮੀ ਤਾਂ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ, ਸੰਗ ਨਾ ਛੁਟਕਿਓ। ਅਧਿਕ 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 ਦਾ ਮਤਲਬ ਹੋਰ ਜ਼ਿਆਦਾ। ਪਹਿਲਾਂ ਘੱਟ ਸੀ, ਹੁਣ ਹੋਰ ਜ਼ਿਆਦਾ। ਅਧਿਕ ਅਹਮ ਬੁੱਧ ਬਾਂਧੇ, ਬਾਂਧੇ ਦਾ ਮਤਲਬ ਵੱਜ ਗਏ ਜੀ। ਫਿਰ ਵਿਕਾਰਾਂ ਦੇ ਵਿੱਚ ਧਾਰਮਿਕ ਕਰਮ ਕਰਨ ਦਾ ਮੰਤਵ ਤਾਂ ਇਹ ਹੈ, ਪਰਪਸ ਤਾਂ ਇਹ ਹੈ ਕਿ ਜਿਨ੍ਹਾਂ ਬੰਧਨਾਂ ਦੇ ਵਿੱਚ ਅਸੀਂ ਬੱਝੇ ਪਏ ਹਾਂ ਉਹਨਾਂ ਤੋਂ ਆਜ਼ਾਦ ਹੋ ਸਕੀਏ। ਪਰ ਪ੍ਰੋਬਲਮ ਇਹ ਕ੍ਰੀਏਟ ਹੋ ਗਈ, ਪੈਦਾ ਹੋ ਗਈ ਕਿ ਧਾਰਮਿਕ ਕਰਮ ਕਰਦਿਆਂ ਕਰਦਿਆਂ ਵੀ ਸਾਡੇ ਅੰਦਰ ਬੰਧਨ ਬੱਝਣੇ ਸ਼ੁਰੂ ਹੋ ਗਏ। ਅਸੀਂ ਫਿਰ ਬੰਧਨਾਂ ਦੇ ਵਿੱਚ ਬੱਝਣੇ ਸ਼ੁਰੂ ਹੋ ਗਏ, ਹੋਰ ਵਧੇਰੇ, ਹੋਰ ਜ਼ਿਆਦਾ। ਰੀਜ਼ਨ ਕਿ ਸਾਨੂੰ ਸਮਝ ਹੀ ਨਾ ਪੈ ਸਕੀ ਕਿ ਇਹ ਧਾਰਮਿਕ ਕਰਮ ਕਰਨੇ ਕਿਵੇਂ। ਨਾਲ ਆਪਣੀ ਹਉਮੈ ਨੂੰ ਲੈ ਕੇ ਆ ਗਏ, ਨਾਲ ਲਾਲਚ ਨੂੰ ਲੈ ਕੇ ਆ ਗਏ, ਨਾਲ ਵਿਕਾਰਾਂ ਨੂੰ ਚੁੱਕੀ ਲਿਆਏ, ਤੇ ਜਿਵੇਂ ਜਿਵੇਂ ਫਿਰ ਉਹਨਾਂ ਵਿਕਾਰਾਂ ਦੇ ਵੱਸ ਵਿੱਚ ਹੋ ਕੇ ਧਾਰਮਿਕ ਕਰਮ ਕਰਨੇ ਸ਼ੁਰੂ ਕਰ ਦਿੱਤੇ, ਉਹ ਬੰਧਨਾਂ ਦਾ ਕਾਰਨ ਬਣ ਗਏ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਬੰਧਨ ਸੌਦਾ ਅਣਵਿਚਾਰੀ। ਜਿਹੜੀ ਅਸ਼ਟਪਦੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਆਸਾ ਰਾਗ ਦੀ, ਉਹਦੇ ਵਿੱਚ ਸਤਿਗੁਰਾਂ ਨੇ ਗਿਣਾਏ ਨੇ ਜੀ ਸਾਰੇ ਬੰਧਨ, ਕਿ ਇਹ ਬੰਦਾ
ਇੱਕ ਬੰਧਨ ਦੇ ਵਿੱਚ ਨਹੀਂ ਜੇ ਫਸਿਆ ਪਿਆ, ਅਨੇਕਾਂ ਹੀ ਤਰ੍ਹਾਂ ਦੇ ਬੰਧਨ ਇਸ ਨੂੰ ਚੰਬੜੇ ਪਏ ਨੇ, ਅਨੇਕਾਂ ਤਰ੍ਹਾਂ ਦੀਆਂ ਚੇਨਸ ਦੇ ਵਿੱਚ ਇਹ ਬੰਧਨ ਜਿਹੜਾ ਨਾ ਕੱਸਿਆ ਪਿਆ, ਜਕੜਿਆ ਪਿਆ ਹੈ। ਤੇ ਹੁਣ ਇਹਨਾਂ ਬੰਧਨਾਂ ਦੇ ਵਿੱਚੋਂ ਆਪਣੇ ਆਪ ਆਜ਼ਾਦ ਨਹੀਂ ਜੀ ਹੋਇਆ ਜਾਣਾ। ਥੋੜਾ ਜਿਹਾ ਇਹਨੂੰ ਹਿਸਟਰੀ ਦੇ ਥਰੂ ਸਮਝ ਲਈਏ। ਗਵਾਲੀਅਰ ਦਾ ਕਿਲਾ ਐਸਾ ਕਿਲਾ ਹੈ ਜੀ ਜਿੱਥੇ ਆਮ ਕੈਦੀ ਨਹੀਂ ਰੱਖੇ ਜਾਂਦੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹ ਸਾਖੀ ਤੁਸੀਂ ਸਾਰੇ ਜਾਣਦੇ ਹੋ। ਮੈਂ ਸਿਰਫ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਨ੍ਹਾਂ ਬੰਧਨਾਂ ਦੇ ਵਿੱਚ ਅਸੀਂ ਫਸੇ ਪਏ ਹਾਂ, ਬੱਝੇ ਪਏ ਹਾਂ ਨਾ, ਉਹਨਾਂ ਨੂੰ ਆਪਣੇ ਆਪ ਅਸੀਂ ਨਹੀਂ ਜੇ ਤੋੜ ਸਕਦੇ। ਗਵਾਲੀਅਰ ਦਾ ਐਸਾ ਕਿਲਾ ਹੈ ਜਿਸ ਕਿਲੇ ਦੇ ਵਿੱਚ ਆਮ ਨਾਰਮਲ ਕੋਈ ਚੋਰੀ ਕਰਨ ਵਾਲਾ, ਕੋਈ ਡਾਕਾ ਲਗਾਉਣ ਵਾਲਾ, ਕਿਸੇ ਨੂੰ ਠੱਗਣ ਵਾਲਾ, ਇਹੋ ਜਿਹੇ ਠੱਗ, ਚੋਰ, ਡਾਕੂ ਉੱਥੇ ਨਹੀਂ ਰੱਖੇ ਜਾਂਦੇ। ਉੱਥੇ ਸ਼ਾਹੀ ਕੈਦੀ ਜਾਂਦੇ ਨੇ, ਰਾਜੇ ਜਾਂਦੇ ਨੇ, ਰਾਜਿਆਂ ਨੂੰ ਉੱਥੇ ਕੈਦ ਦੇ ਵਿੱਚ ਰੱਖਿਆ ਜਾਂਦਾ ਹੈ। ਤੇ ਜਿੰਨੇ ਵੀ ਉੱਥੇ ਰਾਜੇ ਜਾਂਦੇ, ਕੋਈ ਉੱਥੋਂ ਜਿਉਂਦਾ ਵਾਪਸ ਨਹੀਂ ਨਿਕਲਦਾ। ਉਸ ਕੈਦ ਦੇ ਵਿੱਚੋਂ, ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਤਨੇ ਵੀ ਸ਼ਾਹੀ ਕੈਦੀ ਸਮਝਦੇ ਹੋਵੋਗੇ, ਰਾਜੇ, ਜਿੰਨੇ ਵੀ ਉੱਥੇ ਜਾਂਦੇ, ਜਿਉਂਦਾ ਕੋਈ ਨਾ ਉੱਥੋਂ ਬਾਹਰ ਨਿਕਲਦਾ, ਉੱਥੇ ਹੀ ਉਹਦੀ ਮੌਤ ਹੋ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਉਸ ਕਿਲੇ ਦੇ ਵਿੱਚ ਕੈਦ ਰੱਖਿਆ ਗਿਆ ਜਹਾਂਗੀਰ ਦੇ ਥਰੂ। ਜਹਾਂਗੀਰ ਬਾਦਸ਼ਾਹ ਸੀ ਉਸ ਟਾਈਮ ਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਉੱਥੇ ਹੀ ਕੈਦ ਵਿੱਚ ਰੱਖਿਆ। ਜਦੋਂ ਕੈਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਨੇ ਨਾ, ਤੇ ਉੱਥੇ ਜਿਹੜੇ ਬਾਕੀ ਰਾਜੇ ਆਲਰੇਡੀ ਪਹਿਲਾਂ ਹੀ ਮੌਜੂਦ ਨੇ, ਕੈਦ ਨੇ, ਪ੍ਰਿਜ਼ਨ ਦੇ ਵਿੱਚ ਨੇ, ਉਹ ਸਤਿਗੁਰਾਂ ਨੂੰ ਦੇਖ ਕੇ, ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਹੈ, ਸਤਿਗੁਰਾਂ ਨੂੰ ਦੇਖ ਕੇ ਉਹਨਾਂ ਦੇ ਅੰਦਰ ਇੱਕ ਆਸ ਦੀ ਕਿਰਨ ਪੈਦਾ ਹੁੰਦੀ ਹੈ। ਉਹ ਕਾਹਦੀ ਆਸ ਸੀ? ਉਹਨਾਂ ਨੂੰ ਇਹ ਮਨ ਦੇ ਵਿੱਚ ਭਾਵਨਾ, ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋਇਆ ਕਿ ਸਤਿਗੁਰੂ ਜੀ ਆਏ ਨੇ ਤੇ ਜ਼ਰੂਰ ਅਸੀਂ ਇਸ ਕਿਲੇ ਦੇ ਵਿੱਚੋਂ ਬਾਹਰ ਨਿਕਲਾਂਗੇ, ਇਸ ਕੈਦ ਵਿੱਚੋਂ ਸਾਡਾ ਛੁਟਕਾਰਾ ਹੋਏਗਾ। ਤੇ ਹੋਇਆ। ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਕਿ ਉਹਨਾਂ ਨੂੰ ਰਿਹਾ ਕਰ ਦਿਓ, ਤੇ ਰਾਜਿਆਂ ਨੂੰ ਵੀ ਖਬਰ ਮਿਲੀ, ਸਤਿਗੁਰਾਂ ਨੂੰ ਵੀ ਖਬਰ ਮਿਲੀ, ਤੇ ਰਾਜਿਆਂ ਨੇ ਸਤਿਗੁਰਾਂ ਦੇ ਚਰਨ ਪਕੜੇ, ਪਾਤਸ਼ਾਹ ਜੀ ਤੁਸੀਂ ਚਲੇ ਗਏ ਤੇ ਸਾਡਾ ਕੀ ਬਣੇਗਾ, ਅਸੀਂ ਇੱਥੋਂ ਬਾਹਰ ਨਹੀਂ ਨਿਕਲ ਪਾਉਣਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀ ਕਿਹਾ? ਕਹਿਣ ਲੱਗੇ ਅਸੀਂ ਜਾਵਾਂਗੇ, ਸਾਡੀ ਇੱਕ ਸ਼ਰਤ ਹੈ, ਕੰਡੀਸ਼ਨ ਹੈ, ਤਾਂ ਜਾਵਾਂਗੇ ਜੇਕਰ ਇਹਨਾਂ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਏ। ਜੇ ਇਹ ਨਹੀਂ ਰਿਹਾ ਕਰਨੇ ਤੇ ਅਸੀਂ ਵੀ ਨਹੀਂ ਜਾਣਾ। ਜਹਾਂਗੀਰ ਨੇ ਕੀਤੇ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਨਾ ਜਾਂਦੇ, ਜਾਂ ਜੇ ਗੁਰੂ ਸਾਹਿਬ ਆਹ ਕੰਡੀਸ਼ਨ ਨਾ ਰੱਖਦੇ, ਤੇ ਉਹ ਰਾਜੇ ਕਦੇ ਵੀ ਰਿਹਾ ਨਾ ਹੋ ਪਾਉਂਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਰਿਹਾ ਕਰਵਾਇਆ, ਤੇ ਜਿਸ ਦਿਨ ਉਹ ਰਿਹਾ ਹੋਏ, ਉਸ ਦਿਨ ਨੂੰ ਆਪਾਂ ਕਿਸ ਦਿਨ ਦੇ ਨਾਲ ਮਨਾਉਂਦੇ ਹਾਂ ਜੀ? ਆਪਾਂ ਕਹਿੰਦੇ ਨੇ ਬੰਦੀ ਛੋੜ ਦਿਵਸ। ਬੰਦੀ ਮਤਲਬ ਕੈਦ, ਬੰਧਨ ਕਹਿ ਲਈਏ, ਕੈਦ। ਛੋੜ ਦਾ ਮਤਲਬ ਹੈ ਕੈਦ ਵਿੱਚੋਂ ਛੁਡਾ ਦੇਣਾ। ਜਿਸ ਨੇ ਕੈਦ ਵਿੱਚ ਫਸੇ ਹੋਏ ਰਾਜਿਆਂ ਨੂੰ ਰਿਹਾ ਕਰਵਾ ਦਿੱਤਾ, ਛੁਡਾ ਦਿੱਤਾ, ਉਹਨਾਂ ਦਾ ਨਾਮ ਪੈ ਗਿਆ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਸਿੰਪਲੀ ਗੱਲ ਮੇਰੇ ਖਿਆਲ 'ਚ ਹੈ ਕਿ ਕਲੀਅਰ ਹੋ ਗਈ ਹੋਏਗੀ ਕਿ ਜੇਕਰ ਗੁਰੂ ਸੰਸਾਰਿਕ ਤੌਰ ਤੇ, ਸਰੀਰਕ ਤੌਰ ਤੇ ਕੈਦ ਵਿੱਚ ਫਸੇ ਹੋਏ, ਬੰਧਨਾਂ ਵਿੱਚ ਫਸਿਆਂ ਹੋਇਆਂ ਨੂੰ ਰਿਹਾ ਕਰਵਾ ਸਕਦੇ ਨੇ, ਤੇ ਸਾਧ ਸੰਗਤ ਆਤਮਿਕ ਤੌਰ ਤੇ ਕੇਵਲ ਇਹ ਸਮਰੱਥਾ ਗੁਰੂ ਦੇ ਕੋਲ ਹੈ। ਬਚਨ ਵੀ ਪੜ੍ਹ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ। ਪਾਤਸ਼ਾਹ ਜੀ ਕਹਿੰਦੇ, ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਚ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ। ਐਸਾ ਦਾਤਾ ਸਤਿਗੁਰ ਕਹੀ ਹੈ, ਜਿਹੜਾ ਬੰਧਨਾਂ ਦੇ ਵਿੱਚੋਂ ਆਜ਼ਾਦ ਕਰਾਏਗਾ। ਜਿਸ ਨੇ ਬੰਧਨਾਂ ਦੇ ਵਿੱਚੋਂ ਆਜ਼ਾਦ ਕਰਾਉਣਾ ਹੈ, ਉਹ ਕੇਵਲ ਗੁਰੂ ਹੈ। ਗੁਰੂ ਤੋਂ ਇਲਾਵਾ ਕੋਈ ਇਹਨਾਂ ਬੰਧਨਾਂ ਦੇ ਕੋਲੋਂ ਆਜ਼ਾਦ ਨਹੀਂ ਜੇ ਕਰਵਾ ਸਕਦਾ। ਤੇ ਜਿਸ ਦਿਨ ਗੁਰੂ ਦੇ ਅੱਗੇ ਆਣ ਕੇ ਪੁਕਾਰ ਕਰ ਦਿੱਤੀ ਨਾ, ਫਿਰ ਕੀ ਹੋਏਗਾ? ਅੰਦਰ ਜਿਹੜਾ ਆਤਮਿਕ ਬਲ ਘਟ ਗਿਆ ਸੀ, ਉਹ ਬਲ ਵਾਪਸ ਪਰਤ ਆਏਗਾ। ਫਿਰ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ। ਵੈਸੇ ਨਾ ਸਾਧ ਸੰਗਤ, ਇੱਥੇ ਇੱਕ ਗੱਲ ਹੋਰ ਵੀ ਹੈ। ਇਹ ਜਿਹੜੇ ਦੋ ਸ਼ਲੋਕ ਨੇ ਨਾ, 53 ਤੇ 54, ਇਹ ਦੋਨੋਂ ਸ਼ਲੋਕ ਜਿਹੜੇ ਨੇ, ਇਹਨਾਂ ਦੋਨਾਂ ਸ਼ਲੋਕਾਂ ਦੇ ਸੰਬੰਧ ਵਿੱਚ ਇੱਕ ਕਹਾਣੀ ਵੀ ਘੜੀ ਗਈ ਹੈ
ਕਿ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਜਾਂਦੇ ਨੇ ਸੀਸ ਦੇਣ ਵਾਸਤੇ, ਤੇ ਉੱਥੇ ਉਹ ਕੈਦ ਵਿੱਚ ਨੇ, ਤੇ ਉਹ ਪਹਿਲਾ ਸ਼ਲੋਕ 53rd ਜਿਹੜਾ ਸ਼ਲੋਕ ਹੈ, 53ਵਾਂ ਸ਼ਲੋਕ ਹੈ, ਉਹ ਉਚਾਰਦੇ ਨੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਇਹ ਸ਼ਲੋਕ ਉਚਾਰ ਕੇ ਤੇ ਆਨੰਦਪੁਰ ਦੀ ਧਰਤੀ ਵੱਲ ਭੇਜਦੇ ਨੇ, ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅਜੇ ਨਾਮ ਗੋਬਿੰਦ ਰਾਏ ਹੈ, ਉਹ ਫਿਰ ਜਵਾਬ ਲਿਖ ਕੇ ਭੇਜਦੇ ਨੇ ਜੀ, ਮਹੱਲਾ 10ਵਾਂ ਲਿਖ ਕੇ ਭੇਜਦੇ ਨੇ ਕਿ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਇਹ ਕਹਾਣੀ ਕ੍ਰੀਏਟ ਕੀਤੀ ਗਈ ਹੈ। ਕਈਆਂ ਨੇ ਕਹਿ ਦਿੱਤਾ ਜੀ ਕਿ ਇਹ ਜਿਹੜਾ ਸ਼ਲੋਕ ਨੰਬਰ 54 ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਭੁਲੇਖਾ ਨਾ ਰਹੇ। ਇਹ ਦੋਨੋਂ ਸ਼ਲੋਕ ਹੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨੇ। ਕੋਈ ਸਤਿਗੁਰਾਂ ਨੇ ਉੱਥੇ ਜਾ ਕੇ ਕੈਦ ਵਿੱਚ ਬੈਠ ਕੇ ਇਹ ਨਹੀਂ ਕਿਹਾ ਕਿ ਮੈਂ ਬੰਧਨਾਂ ਦੇ ਵਿੱਚ ਫਸ ਗਿਆ, ਨਹੀਂ। ਉੱਥੇ ਜਾਣਾ ਸਤਿਗੁਰਾਂ ਦਾ ਆਪਣੀ ਖੁਸ਼ੀ ਦੇ ਨਾਲ ਸੀ, ਕਿਸੇ ਧਰਮ ਦੀ ਰੱਖਿਆ ਕਰਨ ਵਾਸਤੇ। ਕੋਈ ਸਤਿਗੁਰੂ ਜੀ ਮਜਬੂਰੀ ਵਾਸਤੇ ਉੱਥੇ ਨਹੀਂ ਗਏ, ਕਿਸੇ ਧੱਕੇ ਦੇ ਨਾਲ ਸਤਿਗੁਰੂ ਨੂੰ ਉੱਥੇ ਨਹੀਂ ਲਿਜਾਇਆ ਗਿਆ, ਖੁਸ਼ੀ ਦੇ ਨਾਲ ਗਏ ਨੇ। ਪਤਾ ਹੈ ਕਿ ਜੇਕਰ ਕੁਰਬਾਨੀ ਨਹੀਂ ਦਿੱਤੀ ਜਾਏਗੀ ਤੇ ਧਰਮ ਨਹੀਂ ਬਚਣਾ। ਪਾਤਸ਼ਾਹ ਜੀ ਜਾਂਦੇ ਨੇ, ਆਪਣੀ ਮਰਜ਼ੀ ਦੇ ਨਾਲ ਜਾਂਦੇ ਨੇ ਉੱਥੇ। ਤੇ ਇਹ ਕਹਾਣੀ ਜੀ ਇੱਕ ਕ੍ਰੀਏਟ ਕਰਕੇ ਇਤਿਹਾਸ ਵਿੱਚ ਮਿਕਸ ਕਰ ਦਿੱਤੀ ਗਈ, ਇੱਕ ਭੰਬਲ ਭੂਸਾ ਜਿਹਾ ਕ੍ਰੀਏਟ ਕਰਨ ਵਾਸਤੇ, ਇੱਕ ਕੰਟਰੋਵਰਸੀ ਜੀ ਕ੍ਰੀਏਟ ਕਰਨ ਵਾਸਤੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਸੋ ਜਦੋਂ ਗੁਰੂ ਦੇ ਸਾਹਮਣੇ ਆਣ ਕੇ ਅਰਦਾਸ ਕੀਤੀ ਜਾਂਦੀ ਹੈ ਨਾ, ਫਿਰ ਗੁਰੂ ਬੰਧਨ ਕੱਟਦਾ ਜੀ। ਬਾਬਾ ਬਿਧੀ ਚੰਦ ਬੰਧਨਾਂ ਦੇ ਵਿੱਚ ਫਸਿਆ ਪਿਆ ਸੀ, ਗੁਰੂ ਸ਼ਰਨ 'ਚ ਆਇਆ, ਸਾਰੇ ਬੰਧਨ ਕੱਟੇ ਗਏ। ਕੋਈ ਨਹੀਂ ਸੀ ਜਾਣਦਾ, ਜਾਣਦੇ ਸੀ ਲੋਕ, ਇਸ ਨਾਮ ਦੇ ਨਾਲ ਜਾਣਦੇ ਸੀ ਕਿ ਬਿਧੀ ਚੰਦ ਹੈ, ਚੋਰ ਹੈ, ਡਾਕੂ ਹੈ, ਲੁਟੇਰਾ ਹੈ। ਪਰ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੰਗਤ ਕੀਤੀ, ਤੇ ਹੁਣ ਉਹਨਾਂ ਨੂੰ ਕੋਈ ਚੋਰ ਦੇ ਨਾਮ ਨਾਲ ਨਹੀਂ ਜਾਣਦਾ। ਹੁਣ ਉਹਨਾਂ ਨੂੰ ਜੇਕਰ ਯਾਦ ਕੀਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਜੀ ਕਿ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਗੁਰੂ ਬੰਧਨ ਕੱਟਦਾ ਹੈ, ਗੁਰੂ ਆਤਮਿਕ ਤੌਰ ਤੇ ਪਈਆਂ ਹੋਈਆਂ ਜੰਜੀਰਾਂ ਨੂੰ ਕੱਟ ਦਿੰਦਾ ਹੈ। ਤੇ ਜਦੋਂ ਫਿਰ ਕੱਟੇ ਜਾਂਦੇ ਨੇ ਬੰਧਨ, ਆਤਮਿਕ ਬਲ ਵਾਪਸ ਆਉਂਦਾ ਹੈ, ਤੇ ਫਿਰ ਗੁਰੂ ਦੇ ਸਾਹਮਣੇ ਖੜਾ ਹੋ ਕੇ ਉਹ ਗੁਰਮੁਖ ਪਿਆਰਾ ਕਹਿ ਦਿੰਦਾ ਹੈ, ਕੀ ਕਹਿੰਦਾ ਹੈ ਜੀ, ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਇਹ ਮਾਲਕ ਜੀ, ਇਹ ਕਿਰਪਾ ਤੁਸੀਂ ਹੀ ਕਰ ਸਕਦੇ ਸੀ, ਤੁਸੀਂ ਹੀ ਰਹਿਮਤ ਕਰਕੇ ਇਹਨਾਂ ਬੰਧਨਾਂ ਨੂੰ ਤੋੜ ਸਕਦੇ ਸੀ। ਰਹਿਮਤ ਕੀਤੀ, ਤੁਸੀਂ ਆਜ਼ਾਦ ਕਰਵਾਇਆ ਇਹਨਾਂ ਬੰਧਨਾਂ ਦੇ ਕੋਲੋਂ। ਤੇ ਸਾਧ ਸੰਗਤ, ਜਿੰਨੀ ਜਲਦੀ ਇਹ ਬੇਨਤੀ ਅਰਜ਼ੋਈ ਗੁਰੂ ਦੇ ਚਰਨਾਂ ਦੇ ਵਿੱਚ ਕਰ ਦਈਏ ਨਾ, ਓਨਾ ਹੀ ਸਾਡੇ ਵਾਸਤੇ ਚੰਗਾ ਹੈ। ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਜੇ, ਜਿਸ ਤਰ੍ਹਾਂ ਦੇ ਹਾਲਾਤ ਨੇ ਨਾ, ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਕੋਈ ਪਤਾ ਨਹੀਂ ਸਮੇਂ ਦਾ ਕੀ ਕਦੋਂ ਹੋ ਜਾਣਾ ਹੈ। ਇੱਕ ਪਲ ਦੇ ਵਿੱਚ ਦੁਨੀਆ ਇੱਧਰ ਦੀ ਇੱਧਰ ਹੋ ਜਾਂਦੀ ਹੈ। ਕਰੋਨਾ ਨੇ ਸਾਰੇ ਸੰਸਾਰ ਨੂੰ ਪਲਟ ਕੇ ਰੱਖ ਦਿੱਤਾ, ਪਤਾ ਕੋਈ ਨਹੀਂ। ਤੇ ਅਜੇ ਵੀ ਸਮਾਂ ਹੈ, ਜੇ ਸਾਡੇ ਸਵਾਸ ਚੱਲਦੇ ਪਏ ਨੇ ਨਾ, ਜਿਹੜਾ ਸਵਾਸ ਅੰਦਰ ਗਿਆ ਹੈ, ਜਿਹੜਾ ਬਾਹਰ ਆਉਂਦਾ ਪਿਆ ਨਾ, ਬੋਲਦੇ ਪਏ ਆ, ਹਰ ਸਵਾਸ ਦੇ ਨਾਲ ਕੋਸ਼ਿਸ਼ ਕਰੀਏ ਕਿ ਅਰਦਾਸ ਹੋਵੇ ਗੁਰੂ ਚਰਨਾਂ 'ਚ। ਸੁਣੇਗਾ ਜ਼ਰੂਰ, ਅਰਦਾਸ ਹੋਏਗੀ, ਸੁਣੇਗਾ ਜ਼ਰੂਰ। ਤੇ ਜਦੋਂ ਉਸਨੇ ਸੁਣ ਲਈ, ਫਿਰ ਸਾਡੇ ਇਹ ਬੰਧਨ ਕੱਟੇ ਜਾਣਗੇ ਆਤਮਿਕ ਤੌਰ ਤੇ। ਫਿਰ ਅਸੀਂ ਜਿਉਂਦੇ ਹੋ ਜਾਵਾਂਗੇ, ਤੇ ਜਿਸ ਦਿਨ ਜਿਉਂਦੇ ਹੋ ਗਏ, ਉਸ ਦਿਨ ਫਿਰ ਸਾਡਾ ਜੀਵਨ ਸਫਲ ਹੋਏਗਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਦੇ ਵਿੱਚ ਆ ਜਾਏ, ਸਾਡੇ ਹਿਰਦੇ ਵਿੱਚ ਵਸ ਜਾਏ, ਤਾਂ ਕਿ ਇਹਨਾਂ ਆਤਮਿਕ ਤੌਰ ਤੇ ਪਏ ਹੋਏ ਬੰਧਨਾਂ ਨੂੰ ਕੱਟਦਿਆਂ ਹੋਇਆਂ ਗੁਰੂ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।